हेलो स्टूडेंट्स। हाँ जी बेटा, वी आर रेडी फॉर द थर्ड वीडियो, हिस्ट्री चैप्टर 3, नाजिज्म एंड द राइज ऑफ हिटलर। नेक्स्ट वी विल डिस्कस अबाउट द इफैक्ट्स ऑफ द वॉर। द वॉर ਦੇ ਕੀ ਇਫੈਕਟਸ ਇਸ ਦੇ ਉੱਪਰ ਪਏ ਸੀ। ਦ ਵॉर हैड अ डिवास्टेटिंग इंपैक्ट ऑन द इंटायर कॉन्टीनेंट बोथ साइकोलॉजिकली एंड फाइनैंशियल। ਯੂ ਬੱਚੇ, ਜਦੋਂ ਵੀ ਲੜਾਈ ਹੁੰਦੀ ਹੈ ਤਾਂ ਓਬਵੀਅਸਲੀ ਇਸ ਦਾ ਜਿਹੜਾ ਇੰਪੈਕਟ ਹੈ ਹਮੇਸ਼ਾ ਬੁਰਾ ਹੀ ਪੈਂਦਾ। ਤਾਂ ਇੱਥੇ ਯੂਰਪ ਦੇ ਉੱਪਰ ਵੀ ਜਿਹੜੀ ਵਰਲਡ ਵਾਰ ਸੀ ਇਸ ਦਾ ਬਹੁਤ ਬੁਰਾ ਅਸਰ ਪਿਆ। ਸਾਈਕੋਲੋਜੀਕਲੀ ਵੀ ਲੋਕ ਜਿਹੜੇ ਆ ਬਹੁਤ ਜ਼ਿਆਦਾ ਡਿਸਟਰਬ ਹੋ ਚੁੱਕੇ ਸੀ, ਮੈਂਟਲੀ ਲੋਕ ਡਿਸਟਰਬ ਸੀ, ਔਰ ਫਾਈਨੈਂਸ਼ੀਅਲੀ ਤਾਂ ਅਜੇ ਹੋਣਾ ਹੀ ਹੋਣਾ ਹੈ। ਠੀਕ ਹੈ, ਕਿਉਂਕਿ ਵਾਰ ਦੇ ਉੱਪਰ ਬਹੁਤ ਜ਼ਿਆਦਾ ਖਰਚਾ ਹੁੰਦਾ ਹੈ ਔਰ ਕਿੰਨਾ ਕੁਛ ਜਿਹੜਾ ਹੈਗਾ ਡਿਸਟਰੋਏ ਹੋ ਜਾਂਦਾ ਹੈ। ਵਾਰ ਦੇ ਵੇਲੇ ਕਿਹੜਾ ਕਿਸੇ ਨੇ ਦੇਖਣਾ ਕਿ ਕਿੱਥੇ ਕੋਈ ਮਤਲਬ ਕਿਹੜੀ ਚੀਜ਼ ਤਬਾਹ ਹੋ ਰਹੀ ਹੈ। ਤਾਂ ਇਸ ਕਰਕੇ ਬਹੁਤ ਬੁਰਾ ਅਸਰ ਇਸ ਦਾ ਪਿਆ ਸੀ ਪੂਰੇ ਦੇ ਪੂਰੇ ਯੂਰਪ ਦੇ ਉੱਪਰ। ਫਰੋਮ ਅ ਕੰਟੀਨੈਂਟ ਆਫ ਕ੍ਰੈਡੀਟਰਸ ਯੂਰਪ ਟਰਨਡ ਇਨਟੂ ਵਨ ਆਫ ਡੈਬਟਰਸ। ਆਲਰੇਡੀ ਵੀ ਹੈਵ ਡਿਸਕਸਡ ਕਿ ਜਰਮਨੀ ਨੂੰ ਇਸ ਦਾ ਬਹੁਤ ਵੱਡਾ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਸੀ ਔਰ ਜਰਮਨੀ ਦੇ ਉੱਪਰ ਤੁਹਾਨੂੰ ਪਤਾ ਵਰਸੇਲਸ ਦੀ ਟ੍ਰੀਟੀ ਦੇ ਦੌਰਾਨ ਉਸ ਨੂੰ ਫੋਰਸ ਕੀਤਾ ਗਿਆ ਸੀ ਕਿ ਜੋ ਵੀ ਐਲੀਡ ਜਿਹੜੇ ਪਾਵਰਸ ਵਾਲੇ ਕੰਟਰੀਜ਼ ਨੇ, ਸਭ ਦਾ ਜਿੰਨਾ ਵੀ ਨੁਕਸਾਨ ਹੈ ਉਹ ਸਾਰੇ ਦਾ ਸਾਰਾ ਜਰਮਨੀ ਨੂੰ ਭਰਨਾ ਪਏਗਾ। ਤਾਂ ਇਸ ਕਰਕੇ ਜਿਹੜਾ ਜਰਮਨੀ ਪਹਿਲਾਂ ਕੀ ਸੀਗਾ, ਕ੍ਰੈਡੀਟਰ ਸੀ, ਜਿਹਦੇ ਕੋਲ ਬਹੁਤ ਪੈਸਾ ਸੀ, ਲੋਕਾਂ ਨੂੰ ਉਧਾਰ ਦੇ ਰਿਹਾ ਸੀ, ਲੇਕਿਨ ਅੱਜ ਉਹ ਡੈਪਟਰਸ ਦੇ ਵਿੱਚ ਆ ਗਿਆ। ਉਹਦੇ ਕੋਲ ਕੁਝ ਵੀ ਨਹੀਂ ਬਚਿਆ, ਸਾਰਾ ਕੁਝ ਜਿਹੜਾ ਬਹੁਤ ਕੁਝ ਉਸਦਾ ਲੜਾਈ ਦੇ ਵਿੱਚ ਤਬਾਹ ਹੋ ਚੁੱਕਿਆ ਸੀ ਔਰ ਬਾਕੀ ਜੋ ਸੀ ਉਹ ਐਲੀਡ ਪਾਵਰ ਨੇ ਆਪਣੇ ਅੰਡਰ ਕੰਟਰੋਲ ਕਰ ਲਿਆ ਸੀ ਔਰ ਜੋ ਵੀ ਇਸ ਦੇ ਇੰਪੋਰਟੈਂਟ ਇਲਾਕੇ ਸੀ, ਜਿਹੜੇ ਇਨਕਮ ਵਾਲੇ ਜਿਹੜੇ ਸੋਰਸਿਸ ਸੀ, ਸਾਰੇ ਦੇ ਸਾਰੇ ਐਲੀਡ ਪਾਵਰ ਦੇ ਅੰਡਰ ਚਲੇ ਗਏ ਸੀ। ਠੀਕ ਹੈ, ਬਹੁਤ ਜ਼ਿਆਦਾ ਪੈਸਾ, ਗੋਲਡ, ਸਭ ਕੁਝ ਇਸਨੇ ਜੋ ਇਸ ਦੇ ਉੱਪਰ ਮਤਲਬ ਉਹਨਾਂ ਨੇ ਐਲੀਗੇਸ਼ਨਸ ਲਗਾਏ ਸੀ, ਜਿਹਦਾ ਜੁਰਮਾਨਾ ਇਸ ਨੂੰ ਭਰਨਾ ਪਿਆ ਸੀ, ਉਸ ਦੇ ਵਿੱਚ ਇਸ ਦਾ ਚੱਲਿਆ ਗਿਆ ਸੀ। ਹੁਣ ਜਰਮਨੀ ਕੋਲ ਕੁਝ ਵੀ ਨਹੀਂ ਰਿਹਾ ਸੀ ਕਿ ਉਹ ਅੱਗੇ ਤੋਂ ਆਪਣੇ ਆਪ ਨੂੰ ਯੂਨਾਈਟ ਕਰ ਸਕੀ ਜਾਂ ਹੋਰ ਜਿਹੜਾ ਪੈਸਾ ਹਾਲੇ ਵੀ ਉਸ ਦੇ ਸਿਰ ਪਿਆ ਸੀ ਜਿਹੜਾ ਉਹਨੇ ਭਰਨਾ ਸੀ। ਤਾਂ ਹੁਣ ਉਹ ਕਰਜ਼ੇ ਥੱਲੇ ਦਬ ਚੁੱਕਿਆ ਸੀ, ਬਹੁਤ ਜ਼ਿਆਦਾ ਲੋਨ ਵਗੈਰਾ ਲੈ ਕੇ ਵੀ ਉਸਨੇ ਮਤਲਬ ਇਸ ਨੂੰ ਰੀਪੇ ਕਰ ਦਿੱਤਾ ਸੀ। ਠੀਕ ਹੈ, The Weimar Republic was made to pay for the sins of the old empire. Weimar Republic ਤੁਹਾਨੂੰ ਪਤਾ ਕੀ ਸੀਗਾ, ਜਿਸ ਦੇ ਵਿੱਚ ਉਹਨਾਂ ਨੇ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ ਕਿ ਕੌਨਸਟੀਟਿਊਸ਼ਨ ਬਣਾ ਲਿਆ ਸੀ ਜਿਹਦੇ ਵਿੱਚ ਲੋਕਾਂ ਨੂੰ ਵੋਟਿੰਗ ਰਾਈਟ ਵਗੈਰਾ ਦੇ ਦਿੱਤੇ ਗਏ ਸੀ। ਠੀਕ ਹੈ, ਤਾਂ ਉਸ ਵੇਮਾਰ ਰਿਪਬਲਿਕ ਨੇ ਨੂੰ ਹੁਣ ਜਿਹੜਾ ਆਪਣੇ ਆਪ ਨੂੰ ਕੋਸ਼ਿਸ਼ ਕਰ ਰਿਹਾ ਸੀ ਕਿ ਜਰਮਨੀ ਨੂੰ ਆਪਣੇ ਅੰਡਰ ਕੰਟਰੋਲ ਦੇ ਵਿੱਚ ਲੈ ਲਵੇ ਔਰ ਜਰਮਨੀ ਦਾ ਜਿਹੜਾ ਢਾਂਚਾ ਹੈ ਨਵੇਂ ਸਿਰੇ ਤੋਂ ਉਹ ਬਣਾ ਲਵੇ, ਜੋ ਵੀ ਸਿਸਟਮ ਉੱਥੇ ਚਲਾਉਣਾ ਹੈ ਉਹ ਅਲੱਗ ਦਾ ਸਿਸਟਮ ਸ਼ੁਰੂ ਕਰ ਸਕੇ। ਤਾਂ ਉਸਨੇ ਮਤਲਬ ਉਸ ਨੂੰ ਇੱਕ ਤਰ੍ਹਾਂ ਨਾਲ ਵੇਮਾਰ ਰਿਪਬਲਿਕ ਨੂੰ ਜਿਹੜੇ ਸਪੋਰਟ ਕਰਨ ਵਾਲੇ ਸੀ ਔਰ ਐਲੀਡ ਪਾਵਰ ਨੂੰ ਵੀ ਇਸ ਚੀਜ਼ ਦਾ ਇੱਕ ਕਹਿ ਸਕਦੇ ਹਾਂ ਜਿਵੇਂ ਪੁਆਇੰਟ ਮਿਲ ਗਿਆ ਸੀ ਕਿ ਉਹ ਇਸ ਵੇਮਾਰ ਰਿਪਬਲਿਕ ਨੂੰ ਬਾਰ-ਬਾਰ ਫੋਰਸ ਕਰ ਰਹੇ ਸੀ ਕਿ ਉਸ ਜਿਹੜਾ ਮਤਲਬ ਪਹਿਲਾਂ ਜਿਹੜਾ ਨੁਕਸਾਨ ਹੋਇਆ, ਜਿਹੜਾ ਇਹਨਾਂ ਦੇ ਪਹਿਲਾਂ ਵਾਲੇ ਰੂਲਰਸ ਨੇ ਜੋ ਬਾਕੀਆਂ ਦਾ ਨੁਕਸਾਨ ਕੀਤਾ, ਉਸ ਨੂੰ ਇਹ ਸਾਰੇ ਲੋਕ ਭਰਨਗੇ। ਇਹ ਵੇਮਾਰ ਰਿਪਬਲਿਕ ਦੇ ਜਿਹੜੇ ਵੀ ਸਪੋਰਟਰ ਸੀ ਸਾਰੇ ਇਸ ਚੀਜ਼ ਨੂੰ ਫੇਸ ਕਰ ਰਹੇ ਸੀ। ਹੁਣ ਉਹਨਾਂ ਨੂੰ ਉਹਨਾਂ ਦੇ ਵੱਡਿਆਂ ਦਾ ਜੋ ਕਰਿਆ ਹੋਇਆ ਸੀ, ਜੋ ਗੁਨਾਹ ਉਹਨਾਂ ਦੇ ਕੀਤੇ ਸੀ, ਉਹਨਾਂ ਦੀ ਭਰਪਾਈ ਇਹਨਾਂ ਨੂੰ ਕਰਨੀ ਪੈ ਰਹੀ ਸੀ। ਠੀਕ ਹੈ, ਜਿਹੜਾ ਪਹਿਲਾਂ ਵਾਲਾ ਐਮਪਾਇਰ ਸੀ। ਦੇ ਵਰ ਮੌਕਿੰਗਲੀ ਕਾਲਡ ਦ ਨਵੰਬਰ ਕ੍ਰਿਮੀਨਲਸ। ਨਵੰਬਰ ਕ੍ਰਿਮੀਨਲਸ ਕਿਹਨਾਂ ਨੂੰ ਕਿਹਾ ਜਾਂਦਾ ਸੀ? ਜਿਹੜੇ ਵੀ ਵੇਮਾਰ ਰਿਪਬਲਿਕ ਦੇ ਸਪੋਰਟਰ ਸੀ, ਜਿਹੜੇ ਲੋਕ ਇਸ ਨੂੰ ਸਪੋਰਟ ਕਰਦੇ ਸੀ, ਸੋਸ਼ਲਿਸਟ ਸੀ, ਕੁਛ ਰੈਡੀਕਲ ਸੀ, ਕੋਈ ਵੀ ਲੋਕ ਸੀ ਜਿਹੜੇ ਇਸ ਦੇ ਸਪੋਰਟ ਕਰਨ ਵਾਲੇ ਸੀ, ਉਹਨਾਂ ਨੂੰ ਨਵੰਬਰ ਕ੍ਰਿਮੀਨਲਸ ਦਾ ਨਾਮ ਦਿੱਤਾ ਜਾਂਦਾ ਸੀ। ਠੀਕ ਹੈ, ਪੋਲੀਟੀਸ਼ੀਅਨਸ ਐਂਡ publicists laid great stress on the need for men to be aggressive, strong and masculine. ਤਾਂ ਹੁਣ ਜਿਹੜੇ ਪੋਲੀਟੀਸ਼ੀਅਨ ਸੀ, ਜਿਹੜੇ ਵੀ ਲੋਕ ਇਸ ਨੂੰ ਲੀਡ ਕਰ ਰਹੇ ਸੀ, ਉਹਨਾਂ ਦਾ ਸਭ ਤੋਂ ਵੱਡਾ ਸਟ੍ਰੈਸ ਸੀ ਕਿ ਜਿਹੜੇ ਲੋਕ ਨੇ, ਜਿਹੜੇ ਮੈਨ ਨੇ ਮੇਨਲੀ, ਉਹ ਬਹੁਤ ਜ਼ਿਆਦਾ ਸਟਰੋਂਗ ਬਣਨ ਦੀ ਲੋੜ ਹੈ, ਉਹਨਾਂ ਨੂੰ ਬਹੁਤ ਅਗਰੈਸਿਵ ਬਣਨ ਦੀ ਲੋੜ ਹੈ, ਉਹਨਾਂ ਕੋਲ ਪਾਵਰ ਹੋਣੀ ਚਾਹੀਦੀ ਹੈ, ਮੈਂਟਲੀ ਵੀ ਫਿਜ਼ੀਕਲੀ ਵੀ ਉਹਨਾਂ ਨੂੰ ਆਪਣੇ ਆਪ ਨੂੰ ਸਟਰੋਂਗ ਬਣਾਉਣਾ ਪਏਗਾ, ਤਾਂ ਹੀ ਉਹ ਇਸ ਤਰ੍ਹਾਂ ਦੀ ਸਿਚੁਏਸ਼ਨ ਦਾ ਸਾਹਮਣਾ ਕਰ ਸਕਦੇ ਆ। ਠੀਕ ਹੈ, ਇਸ ਦੇ ਉੱਪਰ ਬਹੁਤ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ ਸੀ। ਪਾਪੂਲਰ ਸਪੋਰਟ ਗ੍ਰਿਊ ਫॉर ਕੰਜ਼ਰਵੇਟਿਵ ਡਿਕਟੇਟਰਸ਼ਿਪਸ। ਤਾਂ ਜਿਹੜੀ ਸਪੋਰਟ ਹੈ, ਹੁਣ ਦੂਸਰੇ ਪਾਸੇ ਜਿਹੜੀਆਂ ਐਲੀਡ ਪਾਵਰ ਸੀ ਉਹ ਕੀ ਕਰ ਰਹੀਆਂ ਸੀ?
ਇੱਦਾਂ ਲੋਕਾਂ ਦੇ ਸਾਹਮਣੇ ਸ਼ੋਅ ਕਰ ਰਹੀਆਂ ਸੀ ਕਿ ਜਿਹੜੀ ਮਤਲਬ ਐਬਸੋਲਿਊਟਿਸਟ ਸਿਸਟਮ ਜਿਹੜਾ ਸੀ ਉਹੀ ਸਿਸਟਮ ਵਧੀਆ ਸੀ। ਇਹਨਾਂ ਨੂੰ ਇੱਦਾਂ ਫੋਰਸ ਕਰ ਰਹੇ ਸੀ ਕਿ ਇਹੋ ਜਿਹੇ ਕੰਮ ਇਹਨਾਂ ਤੋਂ ਕਰਵਾ ਰਹੇ ਸੀ ਤਾਂ ਕਿ ਲੋਕਾਂ ਦੇ ਮਨ ਦੇ ਵਿੱਚ ਇਹ ਚੀਜ਼ ਆਵੇ ਕਿ ਜਿਹੜੀ ਡੈਮੋਕ੍ਰੇਸੀ ਹੈ ਉਹ ਸਾਡੇ ਲਈ ਸਿਸਟਮ ਵਧੀਆ ਨਹੀਂ ਹੈ, ਬਲਕਿ ਜਿਹੜਾ ਪਹਿਲਾਂ ਸਿਸਟਮ ਚੱਲਦਾ ਸੀ ਉਹੀ ਸਿਸਟਮ ਸਾਡੇ ਲਈ ਜ਼ਿਆਦਾ ਬੈਟਰ ਹੈ। ਠੀਕ ਹੈ। ਬਿਲੀਵ that democracy could not survive the instabilities of interwar Europe। ਤਾਂ ਲੋਕਾਂ ਦੇ ਮਨ ਵਿੱਚ ਇਸ ਤਰ੍ਹਾਂ ਦਾ ਵਿਸ਼ਵਾਸ ਪੈਦਾ ਕੀਤਾ ਜਾ ਸਕਿਆ ਸੀ, ਮਤਲਬ ਉਹਨਾਂ ਨੂੰ ਇੱਦਾਂ ਭੜਕਾਇਆ ਜਾ ਰਿਹਾ ਸੀ ਕਿ ਲੋਕ ਇਹ ਸੋਚਣ ਕਿ ਡੈਮੋਕ੍ਰੇਸੀ ਜਿਹੜੀ ਹੈ ਉਹ ਇਸ ਸਿਚੁਏਸ਼ਨ ਦੇ ਵਿੱਚ ਸਰਵਾਈਵ ਨਹੀਂ ਕਰ ਸਕਦੀ, ਕਿਉਂਕਿ ਇੱਥੇ ਜਿਹੜੀ ਇਨਸਟੇਬਿਲਿਟੀ ਬਾਰ-ਬਾਰ ਜਿਹੜੀਆਂ ਚੇਂਜਿਸ ਹੋ ਰਹੀਆਂ ਨੇ ਉਹਨਾਂ ਨੂੰ ਡੈਮੋਕ੍ਰੇਸੀ ਕੰਟਰੋਲ ਨਹੀਂ ਕਰ ਸਕਦੀ। ਜਿਹੜੀ ਇੰਟਰਵਾਰ ਯੂਰਪ ਦਾ ਜਿਹੜੀ ਸਿਚੁਏਸ਼ਨ ਬਣ ਗਈ ਹੈ, ਜੋ ਇਸ ਤਰ੍ਹਾਂ ਦੀ ਵਾਰ ਦੀ ਸਿਚੁਏਸ਼ਨ ਇੱਥੇ ਚੱਲ ਰਹੀ ਹੈ, ਉਹਦੇ ਵਿੱਚ ਸਿਰਫ ਜਿਹੜਾ ਹੈਗਾ ਐਬਸੋਲਿਊਟਿਸਟ ਜਿਹੜਾ ਸਿਸਟਮ ਹੈ ਜਾਂ ਕੰਜ਼ਰਵੇਟਿਵ ਸਿਸਟਮ ਹੈ, ਪੁਰਾਣਾ ਸਿਸਟਮ ਹੈ, ਉਹੀ ਸਰਵਾਈਵ ਕਰ ਪਾਏਗਾ। ਠੀਕ ਹੈ। ਲੋਕਾਂ ਨੂੰ ਇੱਦਾਂ ਮਤਲਬ ਮੋਲਡ ਕਰਕੇ ਉਹਨਾਂ ਦੀ ਥਿੰਕਿੰਗ ਨੂੰ ਇਸ ਤਰ੍ਹਾਂ ਦਾ ਬਣਾਇਆ ਜਾ ਰਿਹਾ ਸੀ। ਕੰਡੀਸ਼ਨਸ ਆਫ ਸੋਲਜਰਸ। ਤਾਂ ਦੂਸਰੇ ਪਾਸੇ ਰਾਜੇ ਕੀ ਸੀਗਾ, ਮੀਡੀਆ ਵੀ ਜਿਹੜਾ ਹੈਗਾ ਸਭ ਤੋਂ ਜ਼ਿਆਦਾ ਹੁਣ ਜਿਹੜੀ ਸਿਚੁਏਸ਼ਨ ਹੈ ਉਸ ਨੂੰ ਦਿਖਾ ਰਿਹਾ ਸੀ। ਕੀ ਹੋ ਰਿਹਾ ਸੀ ਕਿ ਪਹਿਲਾਂ ਵਾਲੀ ਸਿਚੁਏਸ਼ਨ ਕਾਫੀ ਜ਼ਿਆਦਾ ਚੇਂਜ ਹੋ ਚੁੱਕੀ ਸੀ। ਇੱਥੇ ਜਿਹੜੇ ਮਤਲਬ ਆਮ ਪਬਲਿਕ ਦੀ ਬਜਾਏ ਸੋਲਜਰਸ ਨੂੰ ਬਹੁਤ ਜ਼ਿਆਦਾ ਕਹਿ ਸਕਦੇ ਹਾਂ ਜਿਵੇਂ ਪਹਿਲੇ ਦਰਜੇ 'ਤੇ ਦਿਖਾਇਆ ਜਾ ਰਿਹਾ ਸੀ, ਬਹੁਤ ਜ਼ਿਆਦਾ ਹਾਈ ਰੈਂਕ ਉਹਨਾਂ ਨੂੰ ਦਿੱਤਾ ਜਾ ਰਿਹਾ ਸੀ। ਠੀਕ ਹੈ। ਉਹਨਾਂ ਨੂੰ ਬਹੁਤ ਉੱਚੇ ਸਿਵਲੀਅਨਸ ਦੇ ਤੌਰ 'ਤੇ ਪੇਸ਼ ਕੀਤਾ ਜਾ ਰਿਹਾ ਸੀ। ਮੀਡੀਆ ਵਾਲੇ ਖਾਸ ਕਰਕੇ ਇਸ ਚੀਜ਼ ਨੂੰ ਦੱਸ ਰਹੇ ਸਨ ਕਿ ਜਿਹੜੇ ਸੋਲਜਰਸ ਨੇ ਇਹ ਸਭ ਤੋਂ ਬੈਸਟ ਸਿਟੀਜ਼ਨਸ ਨੇ, ਇਹਨਾਂ ਦੀ ਲਾਈਫ ਵਧੀਆ ਹੈ, ਇਹ ਹੈ ਉਹ ਹੈ। ਤੁਹਾਨੂੰ ਪਤਾ ਹੈ ਕਿ ਮੀਡੀਆ ਕਿੰਨਾ ਮਸਾਲਾ ਲਾ ਕੇ ਦਿਖਾਉਂਦਾ ਹੈ, ਲੇਕਿਨ ਅਸਲ ਦੇ ਵਿੱਚ ਜਿਹੜੀ ਸਥਿਤੀ ਹੈ ਉਹ ਇੱਦਾਂ ਦੀ ਨਹੀਂ ਸੀ। ਜਿਹੜੇ ਸੋਲਜਰਸ ਨੇ ਉਹਨਾਂ ਦੀ ਲਾਈਫ ਬੜੀ ਮਿਜ਼ਰੇਬਲ ਸੀ, ਬਹੁਤ ਜ਼ਿਆਦਾ ਬੁਰੀ ਹਾਲਤ ਸੀ ਉਹਨਾਂ ਲੋਕਾਂ ਦੀ, ਆਪਾਂ ਕਹਿ ਸਕਦੇ ਹਾਂ। ਠੀਕ ਹੈ। ਟਰੈਪਡ ਵਿਦ ਰੈਟਸ ਫੀਡਿੰਗ ਔਨ ਕਾਰਪਸਿਸ। ਤਾਂ ਉਹਨਾਂ ਇਹ ਜਿਹੜੇ ਸੋਲਜਰ ਵਿਚਾਰੇ ਜਿੱਥੇ ਰਹਿ ਰਹੇ ਸੀ, ਆਪਣੇ ਕੰਟਰੀ ਦੀ ਰੱਖਿਆ ਕਰ ਰਹੇ ਸੀ ਜਾਂ ਜੋ ਵੀ ਕਰ ਰਹੇ ਸੀ, ਇਹਨਾਂ ਨੂੰ ਟਰੈਂਚ ਦੇ ਵਿੱਚ ਰਹਿਣਾ ਪੈ ਰਿਹਾ ਸੀ। ਟਰੈਂਚ ਕੀ ਹੁੰਦਾ, ਜਿਵੇਂ ਆ ਤੁਸੀਂ ਉੱਪਰ ਦੇਖ ਰਹੇ ਹੋ ਆ ਖਾਈ ਜੀ ਪੁੱਟ ਕੇ, ਤਾਂ ਕਿ ਜਿਹੜੇ ਆ ਆਸੇ ਪਾਸੇ ਤੋਂ ਆਉਣ ਵਾਲੀਆਂ ਜਿਹੜੀ ਮਤਲਬ ਫਾਇਰਿੰਗ ਵਗੈਰਾ ਦਾ ਉਹਨਾਂ ਉੱਪਰ ਅਸਰ ਨਾ ਹੋ ਸਕੇ, ਉਹਨਾਂ ਦੀ ਜਾਨ ਬਚ ਸਕੇ। ਉਹ ਇੱਦਾਂ ਦੀ ਸਿਚੁਏਸ਼ਨ ਦੇ ਵਿੱਚ ਰਹਿ ਰਹੇ ਸੀ ਜਿੱਥੇ ਉਹਨਾਂ ਨੂੰ ਕੋਈ ਖਾਣ ਪੀਣ ਵਾਸਤੇ ਕੁਝ ਨਹੀਂ ਸੀ ਮਿਲ ਰਿਹਾ। ਈਵਨ ਉਹ ਵਿਚਾਰੇ ਰੈਟਸ ਖਾ ਕੇ ਟਾਈਮ ਪਾਸ ਕਰਦੇ ਸੀ। ਠੀਕ ਹੈ। ਜਿਹੜੀਆਂ ਡੈੱਡ ਬੋਡੀਜ਼ ਨੇ ਕਈ ਵਾਰੀ ਉਹ ਵੀ ਉਹਨਾਂ ਨੂੰ ਖਾਣੀਆਂ ਪੈਂਦੀਆਂ ਸੀ, ਕਿਉਂਕਿ ਉਹਨਾਂ ਕੋਲ ਕੋਈ ਵੀ ਫੂਡ ਵਗੈਰਾ ਦਾ ਕੋਈ ਸਿਸਟਮ ਨਹੀਂ ਸੀ। ਬਹੁਤ ਜ਼ਿਆਦਾ ਪੋਇਜ਼ਨਸ ਗੈਸਿਸ ਹੁੰਦੇ ਆਸੇ ਪਾਸੇ ਸੀ। ਲੜਾਈ ਦੇ ਵਿੱਚ ਤੁਹਾਨੂੰ ਪਤਾ ਇੰਨੇ ਜ਼ਿਆਦਾ ਲੋਕ ਮਰਦੇ ਆ, ਐਨੀਮਲਸ ਦੀ ਡੈਥ ਹੁੰਦੀ ਆ, ਤਾਂ ਕਿੰਨੀ ਜ਼ਿਆਦਾ ਉੱਥੇ ਸਮੈਲ ਜਿਹੜੀ ਹੈ ਕਿਸ ਤਰ੍ਹਾਂ ਦੀ ਹੁੰਦੀ ਹੈ। ਠੀਕ ਹੈ। ਬੜੀ ਸ਼ੈਲਿੰਗ ਜਿਹੜੀ ਹੈ, ਐਨੀਮੀਜ਼ ਦੀ ਸ਼ੈਲਿੰਗ ਦੇ ਵਿੱਚ ਉਹਨਾਂ ਨੂੰ ਰਹਿਣਾ ਪੈ ਰਿਹਾ ਸੀ। ਇੱਕ ਡਰ ਵੀ ਸੀ ਕਿ ਦੁਸ਼ਮਣਾਂ ਦਾ ਡਰ ਵੀ ਸੀ ਉਹਨਾਂ ਨੂੰ, ਔਰ ਉੱਪਰੋਂ ਇੰਨੀਆਂ ਪੋਇਜ਼ਨਸ ਗੈਸਾਂ ਵੀ ਉੱਥੇ ਸੀ। ਇਹ ਸਾਰਾ ਕੁਛ ਉਹ ਫੇਸ ਕਰ ਰਹੇ ਸੀ। ਠੀਕ ਹੈ। ਅਸਲ ਦੇ ਵਿੱਚ ਉਹਨਾਂ ਦੇ ਜਿਹੜੇ ਰੈਂਕਸ ਨੇ ਉਹ ਰਿਡਿਊਸ ਹੋ ਰਹੇ ਸੀ, ਉਹਨਾਂ ਨੂੰ ਉਹ ਰੈਂਕ ਨਹੀਂ ਦਿੱਤੇ ਜਾ ਰਹੇ ਸੀ ਜਿਹੜੇ ਕਿ ਪਹਿਲਾਂ ਕਦੇ ਹੁੰਦੇ ਸੀ। ਪਰ ਲੋਕਾਂ ਦੇ ਸਾਹਮਣੇ ਇਹ ਦਿਖਾਇਆ ਜਾ ਰਿਹਾ ਸੀ ਕਿ ਮਿਲਟਰੀ ਦਾ ਰਾਜ ਜਿਹੜਾ ਉਹੀ ਬਹੁਤ ਵਧੀਆ ਹੈ, ਡੈਮੋਕ੍ਰੇਸੀ ਜਿਹੜੀ ਆ ਉਹ ਇਸ ਸਿਸਟਮ ਦੇ ਲਈ ਫਿੱਟ ਨਹੀਂ ਹੈ। ਇੱਦਾਂ ਦਾ ਮਾਈਂਡ ਸੈੱਟ ਲੋਕਾਂ ਦਾ ਕੀਤਾ ਜਾ ਰਿਹਾ ਸੀ। ਠੀਕ ਹੈ। ਪੋਲੀਟੀਕਲ ਰੈਡੀਕਲਿਜ਼ਮ ਐਂਡ ਇਕਨੋਮਿਕ ਕ੍ਰਾਈਸਿਸ। ਨੈਕਸਟ ਵੀਡੀਓ 'ਚ ਕਰਦੇ ਹਾਂ ਰਾਜੇ ਆਪਾਂ।